तो गुड मॉर्निंग एवरीबॉडी। आज का जो टॉपिक है दैट इज अगेन फाइल्स इन ਪਾਈਥਨ। ਕੱਲ ਵੀ ਅਸੀਂ ਫਾਈਲਸ ਦੇ ਕੰਟੈਕਸਟ ਦੇ ਵਿੱਚ ਓਪਨਿੰਗ ए ਫਾਈਲ ਦੀ ਵੀ ਗੱਲ ਕੀਤੀ ਹੈ, ਅਸੀਂ ਰੀਡਿੰਗ ए ਫਾਈਲ ਦੀ ਵੀ ਗੱਲ ਕੀਤੀ ਹੈ। ਅੱਜ ਵੀ ਅਸੀਂ ਅਪੈਂਡਿੰਗ ਮੀਨਸ ਮੇਕਿੰਗ ਚੇਂजेस ਟੂ ए ਪਾਰਟਿਕੂਲਰ ਫਾਈਲ, ਕਿਸੇ ਵੀ ਫਾਈਲ ਦੇ ਵਿੱਚ ਅਸੀਂ ਕਿਸ ਵੇ ਨਾਲ ਚੇਂजेस ਕਰ ਸਕਦੇ ਹਾਂ। ਕੱਲ ਵੀ ਮੈਂ ਤੁਹਾਡਾ ਇਹੀ ਗੱਲ ਕਹਿ ਰਿਹਾ ਸੀ, ਅਪੈਂਡ ਮੀਨਸ ਮੇਕਿੰਗ ਮੋਡੀਫਿਕੇਸ਼ਨਸ ਟੂ ए ਪਾਰਟਿਕੂਲਰ ਫਾਈਲ। ਅੱਜ ਦੇ ਲੈਕਚਰ ਦੇ ਵਿੱਚ ਇੱਕ ਤਾਂ ਮੈਂ ਅਪੈਂਡ ਮੋਡ ਪਰ ਦੇ ਕੰਟੈਕਸਟ ਵਿੱਚ ਗੱਲ ਕਰਾਂਗਾ। ਅਦਰ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਦੈਟ ਵੁੱਡ ਬੀ ਪਾਈਪਸ। ਪਾਈਥਨ ਦੇ ਵਿੱਚ ਪਾਈਪਸ ਦਾ ਵੀ ਕਨਸੈਪਟ ਆਂਦਾ ਹੈ ਔਰ ਆਈ ਹੋਪ ਤੁਸੀਂ ਸ਼ਾਇਦ ਉਹਦੇ ਵਿੱਚ ਵੀ ਪਾਈਪਸ ਦਾ ਕਨਸੈਪਟ ਪੜਿਆ ਹੋਊਗਾ ਕਿਸੇ ਵੀ ਆਪਰੇਟਿੰਗ ਸਿਸਟਮ ਦੇ ਵਿੱਚ। ਆਪਰੇਟਿੰਗ ਸਿਸਟਮ ਜੇ ਤੁਸੀਂ ਲਾਈਨੈਕਸ ਪੜਿਆ ਹੈ ਤੇ ਲਾਈਨੈਕਸ ਦੇ ਵਿੱਚ ਵੀ ਪਾਈਪ ਦਾ ਕਨਸੈਪਟ ਆਂਦਾ ਹੈ ਔਰ ਪਾਈਪ ਦਾ ਕੰਟੈਕਟ ਜਿਹੜਾ ਆਂਦਾ ਪਾਈਪ ਦਾ ਈਵਨ ਜਿਹੜੇ ਦੂਸਰਾ ਆਪਰੇਟਿੰਗ ਸਿਸਟਮ ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਵਿੱਚ ਕਿਉਂਕਿ ਤੁਸੀਂ ਨੋਰਮਲ ਆਪਰੇਟਿੰਗ ਸਿਸਟਮ ਦਾ ਕੋਈ ਸਬਜੈਕਟ ਪੜਿਆ ਹੋਵੇ ਤੇ ਪਾਈਪ ਦਾ ਕਨਸੈਪਟ ਉਹਦੇ ਵਿੱਚ ਵੀ ਆਂਦਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡਾ ਅਪੈਂਡ ਮੋਡ ਦੀ ਗੱਲ ਕਰਾਂਗਾ। ਬਟ ਇਸ ਅਪੈਂਡ ਮੋਡ ਅਪੈਂਡ मीन्स मेकिंग चेंजेस। अगर कोई फाइल बनी हुई है, अगर कोई फाइल बनी हुई है ਅਸੀਂ ਉਸ ਫਾਈਲ ਦੇ ਵਿੱਚ ਚੇਂजेस ਕਰਨਾ ਚਾਹੁੰਦੇ ਹਾਂ, ਨਵੀਂ ਫਾਈਲ ਨਹੀਂ ਕ੍ਰੀਏਟ ਕਰਨਾ ਚਾਹੁੰਦੇ। we don't want to create a new file। ਇੱਕ ਆਲਰੇਡੀ ਕ੍ਰੀਏਟਡ ਫਾਈਲ ਹੈ, ਤੁਸੀਂ ਕੋਈ ਆਪਣੀ ਰਿਪੋਰਟ ਬਣਾਈ ਹੈ ਵਰਡ ਦੇ ਵਿੱਚ ਜਾਂ ਕੋਈ ਆਪਣੀ ਵਰਡ ਦੀ ਕੋਈ ਫਾਈਲ ਬਣਾਈ ਹੈ, अगर उसके कुछ कुछ चेंजेस करते हैं दैट इज बीइंग कॉल्ड एज अपेंड, मेकिंग मॉडिफिकेशंस टू ए पार्टिकुलर। लेकिन अपेंड मोड ਦੇ ਵਿੱਚ ਕੁਝ ਹੋਰ ਚੀਜ਼ਾਂ ਇਹ ਵੀ ਹੈ, ਜੇ ਅਪੈਂਡ ਮੋਡ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਅਸੀਂ ਜਿਹੜੀ ਫਾਈਲ ਓਪਨ ਅਪ ਕਰ ਰਹੇ ਹਾਂ, ਮੈਂ ਕੱਲ ਵੀ ਇਹੀ ਗੱਲ ਕੀਤੀ ਸੀ, ਅਗੇਨ ਟੁਡੇ ਮੈਂ ਉਹੀ ਗੱਲ ਕਰ ਰਿਹਾ। ਅਗਰ ਅਸੀਂ ਕੋਈ ਫਾਈਲ ਨੂੰ ਓਪਨ ਅਪ ਕਰਦੇ ਹਾਂ ਔਰ ਉਹ ਫਾਈਲ ਐਗਜ਼ਿਸਟ ਨਹੀਂ ਕਰਦੀ, अगर ਅਸੀਂ ਕੋਈ ਫਾਈਲ ਨੂੰ ਓਪਨ ਅਪ ਕਰਦੇ ਹਾਂ ਔਰ ਉਹ ਫਾਈਲ ਐਗਜ਼ਿਸਟ ਨਹੀਂ ਕਰਦੀ, then append mode ਕੀ ਕਰੇਗਾ? append mode ਉਹ ਨਵ ਫਾਈਲ ਨੂੰ ਕ੍ਰੀਏਟ ਕਰੇਗਾ। it will create a new file। ਇਹਦੇ ਕੋਈ ਕੋਡ ਇੱਥੇ ਬਣਾਇਆ ਹੈ, python code to illustrate write and append mode। ਪਹਿਲਾਂ ਅਸੀਂ write mode ਲਿਖਾਂਗੇ, ਉਸ ਤੋਂ ਬਾਅਦ append mode। f1 ऑब्जेक्ट है, ओपन abc.text है राइट मोड। ਉਸ ਤੋਂ ਬਾਅਦ ਅਸੀਂ ਕੀ ਲਿਖਿਆ f1.write ਦੇ ਨਾਲ ਕੀ ਲਿਖਿਆ? this is the first line, ਇੱਕ ਲਾਈਨ में ਲਿਖੀ ਹੋਈ। ਉਸ ਤੋਂ ਬਾਅਦ ਮੈਂ ਇਸ abc.text ਫਾਈਲ ਨੂੰ ਕਲੋਜ਼ ਕਰਤਾ। ਆ ਜਿਹੜੀਆਂ ਤਿੰਨ ਲਾਈਨਸ ਹੈ ਨਾ, ਉੱਪਰ ਵਾਲੀਆਂ ਤਿੰਨ ਲਾਈਨਸ ਹੈ, these are being used for writing। ਆ ਜਿਹੜੀਆਂ ਲਾਈਨਸ ਹੈ, ਇੱਕ ਫਾਈਲ ਕ੍ਰੀਏਟ ਹੋਈ ਜਿਸ ਦਾ ਨਾਮ ਹੈ abc.text। ਇਸ ਫਾਈਲ ਨੂੰ ਰਾਈਟ ਮੋਡ 'ਚ ਓਪਨ ਅਪ ਕੀਤਾ और ਲਿਖਿਆ ਕੀ? ਖਾਲੀ ਫਾਈਲ ਹੈ, ਇਹਦਾ ਸਿਰਫ ਸਿੰਗਲ ਲਾਈਨ ਲਿਖੀ ਹੈ, ਤੁਸੀਂ ਹੋਰ ਵੀ ਲਿਖ ਸਕਦੇ ਹੋ। ਦਿਸ ਇਜ਼ ਆਲ ਵਾਟ ਯੂ ਵਿਸ਼ ਟੂ। ਮੈਂ ਇੱਕ ਐਗਜ਼ਾਮਪਲ ਲੈਣਾ, ਐਗਜ਼ਾਮਪਲ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੀ ਵੀ ਫਾਈਲ ਕ੍ਰੀਏਟ ਕਰਨੀ ਉਹ 'ਚ ਇੱਕੋ ਹੀ ਲਾਈਨ ਲਿਖਣੀ ਹੈ, ਜਿੰਨੀ ਮਰਜ਼ੀ ਲਾਈਨ ਲਿਖੋ। ਸੋ ਇਹ ਰਾਈਟ ਮੋਡ ਦਾ ਪ੍ਰੋਗਰਾਮ ਬਣਿਆ ਫਾਈਲਸ ਦਾ, ਔਰ ਇਹਦੀ ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਟਾਈਪ ਕਰੋਗੇ ਇਹਦੀ ਆਊਟਪੁੱਟ ਆਏਗੀ ਦਿਸ ਇਜ਼ ਫਸਟ। ਹੁਣ ਅਗਰ ਜਿਹੜੀ abc.text ਫਾइल बनी है, अगर मैं कुछ चेंजेस करना चाहता हूँ, abc.text फाइल जो बनी है, अगर मैं उस फाइल ਦੇ ਵਿੱਚ ਕੁਝ ਚੇਂजेस ਕਰਨਾ ਚਾਹਨਾ ਹੈ, then ਮੈਂ ਕੀ ਕਰਾਂਗਾ? ਉਸ ਫਾइल ਨੂੰ ਦੁਬਾਰਾ ਓਪਨ ਅਪ ਕਰਾਂਗਾ। ਲੁੱਕ ਐਟ ਦਿਸ ਵਨ, ਦੁਬਾਰਾ ਓਪਨ ਕਰਾਂਗਾ abc.text ਨੂੰ, ਲੇਕਿਨ ਇਸ ਵਾਰ ਰਾਈਟ ਮੋਡ 'ਚ ਨਹੀਂ ਖੋਲੂੰਗਾ, ਇਸ ਵਾਰ ਅਪੈਂਡ ਮੋਡ ਦੇ ਵਿੱਚ ਉਹ ਫਾइल ਓਪਨ ਅਪ। और अपेंड का मतलब है मेकिंग मॉडिफिकेशंस, फिर राइट f1 तो राइट फंक्शन यूज करेंगे। जे कोई होर लाइन ऐड करनी है लिखता मैं दिस इज द, और उस तो बाद इस प्रोग्राम ਨੂੰ क्लोज कर। ਇਹ ਲਾਈਨਸ ਤੋਂ ਬਾਅਦ ਅਗਰ ਅਸੀਂ ਪ੍ਰੋਗਰਾਮ ਪ੍ਰੋਸੈਸ ਕਰਾਂਗੇ, ਅਗਰ ਸਿੰਪਲ ਲਾਈਨਸ ਤੋਂ ਬਾਅਦ ਪ੍ਰੋਗਰਾਮ ਪ੍ਰੋਸੈਸ ਕਰਾਂਗੇ ਤਾਂ ਆਊਟਪੁੱਟ ਆਏਗਾ ਦਿਸ ਇਜ਼ ਫਸਟ ਲਾइन। और अगर सारा प्रोग्राम प्रोसेस करेंगे तो आउटपुट आएगी दिस इज फर्स्ट लाइन, दिस इज सेकंड। मैं स्लैश एन इसलिए लगाया है, दिस इज फर्स्ट लाइन तो बाद
ਅਗਲੀ ਲਾਈਨ ਸ਼ਿਫਟ ਕਰੇ, this is second line ਤੋਂ ਬਾਅਦ next line ਦੇ ਵਿੱਚ shift ਕਰੇ। so this is the program for writing ਦਾ program ਵੀ ਹੈ and making amendments means making amendments। ਅਗਰ ਤੁਸੀਂ ਕਿਸੇ ਕਿਸਮ ਦੀ ਉਹਦੇ ਚ modifications ਕਰਨਾ ਚਾਹੁੰਦੇ ਹੋ, amendment ਕਰਨਾ ਚਾਹੁੰਦੇ ਹੋ, ਇਹ ਉਸ ਦਾ program ਹੈ। ਔਰ ਅਗਰ upper portion ਨੂੰ run ਕਰੋਗੇ ਤਾਂ file create ਹੋਏਗੀ, ਉਹਦੀ output ਆਏਗੀ this is first line। और अगर पूरे प्रोग्राम ਨੂੰ ਰਨ ਕਰੋਗੇ ਤਾਂ ਆਉਟਪੁੱਟ ਆਏਗੀ this is first line, this is second। so this is the program for making changes in the file। next ਅਸੀਂ ਜਦੋਂ ਸਟਾਰਟ में ਗੱਲ ਕੀਤੀ ਸੀ, look at this one, this slide। ਮੈਂ ਜਦੋਂ ਸਟਾਰਟਸ ਕਰਨਾ ਗੱਲ ਕਰ ਰਿਹਾ ਸੀ, what I was talking about ਕਿਹੜੇ ਕਿਹੜੇ ਪਾਈਥਨ ਦੇ ਵਿੱਚ ਆਪਰੇਸ਼ਨਸ ਪਰਫਾਰਮ ਕਰਨੇ, opening a file, reading or writing a file, closing a file। ਫਾਈਲ ਨੂੰ ਕਲੋਜ਼ ਕਰਨ ਦਾ ਮੈਂ ਤੁਹਾਨੂੰ ਮੈਥਡ ਦੱਸਤਾ, ਜੋ ਵੀ ਆਬਜੈਕਟ ਕ੍ਰੀਏਟ ਕੀਤਾ ਡਾਟ ਕਲੋਜ਼, ਉਹਦਾ ਤੁਹਾਡੀ ਫਾਈਲ ਕਲੋਜ਼ ਹੋ ਜਾਏਗੀ। ਓਪਨ ਕਰਨ ਦਾ ਵੀ ਮੈਂ ਤੁਹਾਡੇ ਨਾਲ ਮੈਥਡ ਦੱਸਤਾ, ਓਪਨ ਕਰਨ ਦੀਆਂ ਅਸੀਂ ਡਿਫਰੈਂਟ ਕਾਈਂਡ ਆਫ ਮੋਡਸ ਵੀ ਮੈਂ ਤੁਹਾਨੂੰ ਦੱਸਤੀਆਂ, ਕਿਸ ਮੋਡ ਦੇ ਵਿੱਚ ਅਸੀਂ ਉਹ ਪਾਰਟਿਕੂਲਰ ਫਾਈਲ ਨੂੰ ਓਪਨ ਅਪ ਕਰਨਾ। ਔਰ ਉਸ ਤੋਂ ਬਾਅਦ ਅਗਰ ਮੋਡੀਫਿਕੇਸ਼ਨ ਦਾ ਵੀ ਮੈਂ ਤੁਹਾਨੂੰ ਮੈਥਡ ਦੱਸਤਾ। now coming to the reading a text file in python, ਇਹ ਸਾਡਾ ਲਾਸਟ operation file ਦੇ ਕੰਟੈਕਟ ਦੇ ਵਿੱਚ ਹੈ, that is how we will read a text file। ਇੱਕ or ਦੋ possibilities ਹੈ, ਜਾਂ ਤਾਂ ਉਸ text file ਦੇ ਸਾਰੇ characters ਰੀਡ ਕਰੋ ਤੇ ਜਾਂ ਥੋੜੇ characters। there's a number of ways to read a text file। ਜਾਂ ਤਾਂ ਮੈਂ ਕਹਾਂ ਉਸਦੇ ਕੁਝ specific characters ਹੈ ਉਸ file ਦੇ, ਉਹਨਾਂ characters ਨੂੰ ਹੀ read ਕਰਨਾ ਹੈ। और दूसरी ऑप्शन है सारी की सारी फाइल ਨੂੰ रीड करना। there are two different methods for reading a text file। और मैं ਤੁਹਾਨੂੰ ਹੁਣ ਅੱਗੇ ਉਹਦੇ ਫੰਕਸ਼ਨਸ ਦੇ ਕੰਟੈਕਸਟ ਵਿੱਚ ਗੱਲ ਕਰਾਂਗਾ। ਦੇਖੋ ਆ ਦੇਖੋ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਫਾਈਲ ਇਹ ਤੁਹਾਡਾ ਆਬਜੈਕਟ ਹੈ ਇਜ਼ ਇਕੁਅਲ ਟੂ ਓਪਨ ਟੈਸਟ ਫਾਈਲ ਡਾਟ ਟੈਕਸਟ, ਉਸ ਫਾਈਲ ਨੂੰ ਰੀਡ ਮੋਡ ਚ, ਕਿਉਂਕਿ ਤੁਸੀਂ ਰੀਡਿੰਗ ਹੀ ਕਰਨੀ ਹੈ, ਰੀਡ ਮੋਡ ਚ ਓਪਨ ਕਰਨਾ ਹੈ ਔਰ ਉਸ ਫਾਈਲ ਨੂੰ ਬਾਅਦ ਵਿੱਚ ਜੋ ਪ੍ਰਿੰਟ ਫਾਈਲ ਡਾਟ ਰੀਡ, ਜਿਹੜੀ ਅਸੀਂ ਫਾਈਲ ਰੀਡ ਕੀਤੀ ਹੈ ਉਹ ਪ੍ਰਿੰਟ ਕਰ। ਇੱਕ ਹੋਰ ਚੀਜ਼ ਨੋਟ ਕਰੋ, ਮੈਂ ਤੁਹਾਨੂੰ ਹੁਣੇ ਗੱਲ ਕਹਿ ਰਿਹਾ ਸੀ, ਜਾਂ ਤਾਂ ਤੁਸੀਂ ਸਾਰੀ ਦੀ ਸਾਰੀ ਫਾਈਲ ਰੀਡ ਕਰੋ ਜਾਂ ਕੋਈ ਸਪੈਸੀਫਿਕ ਕੈਰੈਕਟਰਸ ਨੂੰ। ਹੁਣ ਇਹਦੇ ਵਿੱਚ ਅਸੀਂ ਅਗਰ ਇੱਥੇ ਲਿਖਤਾ ਫਾਈਲ ਇਜ਼ ਇਕੁਅਲ ਟੂ ਓਪਨ, ਫਾਈਲ ਦਾ ਨਾਮ ਰੀਡ ਮੋਡ ਫਾਈਲ ਓਪਨ ਹੋਗੀ, ਪ੍ਰਿੰਟ file dot read within bracket, a punch का की मतलब है, that means we have to read 5 characters। ਜਿਹੜੀ ਮੈਂ ਲਾਸਟ ਸਲਾਈਡ 'ਚ ਗੱਲ ਕਰ ਰਿਹਾ ਸੀ, ਜਾਂ ਤਾਂ ਸਾਰੇ characters ਰੀਡ ਕਰ ਸਕਦੇ ਹੋ ਜਾਂ ਕੁਝ characters ਰੀਡ ਕਰ ਸਕਦੇ ਹੋ। ਔਰ ਅਗਰ ਮੈਂ ਇੱਥੇ ਲਿਖਤਾ print file dot read ਦੇ ਨਾਲ 5, that means I want to read 5 characters। और अगर मैं कुछ नहीं लिखता, if nothing is being written, that means सारी दी सारी फाइल रीड की जाएगी। ਸਾਨੂੰ ਕਿੱਦਾਂ ਪਤਾ ਲੱਗੇਗਾ ਵੀ that whether we want to read the full file ਜਾਂ ਅਸੀਂ ਕੁਝ characters ਨੂੰ ਰੀਡ ਕਰਨਾ ਚਾਹੁੰਦੇ ਹਾਂ, ਤਾਂ ਅਗਰ ਸਪੈਸੀਫਾਈ ਕਰਤਾ ਵੀ ਇੰਨੇ characters ਨੂੰ ਰੀਡ ਕਰਨਾ ਹੈ ਤਾਂ that will indicate that 5 characters ਰੀਡ ਕਰ ਰਹੇ, ਅਦਰਵਾਈਜ਼ ਪੂਰੀ ਦੀ ਪੂਰੀ ਫਾਈਲ ਰੀਡ ਕੀਤੀ ਜਾਏ। और इस रीडिंग ऑपरेशन के लिए पाइथन कई मेथड ऑफर करता है। पाइथन ऑफर वेरियस मेथड्स टू रीड एंड राइट टू फाइल्स, और हर मेथड का अपना फंक्शन है और केड़े-केड़े डिफरेंट मेथड्स है, दीज आर द डिफरेंट मेथड्स। सब तो पहला था रीड है, जिस तरह तुसी शायद सी दे विच कीता होगा गेट सी, गेट ch, गेट ch, गेट char, उससे वेदना रीड और राइट दे नाल कई डिफरेंट वर्ड्स एसोसिएटेड है। सब तो पहला रीड मेथड है, दिस फंक्शन रीड्स द एंटायर फाइल एंड रिटर्न्स ए स्ट्रिंग। इसी जिस आ वाला प्रोग्राम है, एग्जांपल फाइल इज इक्वल टू ओपन टेस्ट फाइल डॉट टेक्स्ट आर प्रिंट फाइल डॉट रीड, दिस विल रीड द एंटायर टेक्स्ट फाइल, सारी दी सारी टेक्स्ट फाइल रीड की
लेकिन इस केस ਦੇ ਵਿੱਚ अगर फिर स्पेसिफिकली मेंशन करता है तो दैट मींस जिन्ना मेंशन किया है उन्ने करेक्टर्स रिपीट किए जाओ। सेकंड फंक्शन जेड़ा यूज होता दैट इज रीड लाइन। दिस फंक्शन रीड्स लाइंस फ्रॉम दैट फाइल एंड रिटर्न्स एज स्ट्रिंग। कितनियां लाइंस रीड करनी, it fetches the line n if it is called n। कितनियां लाइंस रीड करनी है, किन्ने करैक्टर रीड करने हैं, ਅਸੀਂ ਉਹ ਵੀ ਇਸ ਕੇਸ ਦੇ ਵਿੱਚ ਸਪੈਸੀਫਾਈ ਕਰ ਸਕਦੇ ਹਾਂ ਯੂਜ਼ਿੰਗ ਰੀਡ ਲਾਈਨ। ਰੀਡ ਲਾਈਨ ਦੇ ਨਾਲ ਇੱਕ ਨੰਬਰ ਮੈਂਸ਼ਨ ਕਰ ਦੋ, that means ਇੰਨੀਆਂ ਲਾਈਨਸ ਰੀਡ ਕਰਨੀਆਂ। ਇੱਕ ਰੀਡ ਲਾਈਨ ਹੈ, ਇੱਕ ਰੀਡ ਲਾਈਨਸ ਹੈ, ਥੋੜਾ ਜਿਹਾ ਡਿਫਰੈਂਸ ਹੈ। this function returns a list where each element is single line of that। ਦੋਨਾਂ ਚ ਡਿਫਰੈਂਸ ਕੀ ਹੈ ਰੀਡ ਲਾਈਨ ਔਰ ਰੀਡ ਲਾਈਨਸ ਦੇ ਵਿੱਚ? ਦੋਨਾਂ ਦੇ ਵਿੱਚ ਆ ਦੋਨੋਂ ਸੇਮ ਚੀਜ਼ਾਂ ਹੀ ਟਾਈਪ ਹੋ ਗਈਆਂ। ਰੀਡ ਲਾਈਨ ਔਰ ਰੀਡ ਲਾਈਨਸ ਦੇ ਵਿੱਚ ਡਿਫਰੈਂਸ ਕੀ ਹੈ? ਰੀਡ ਲਾਈਨ ਦੇ ਕੇਸ ਦੇ ਵਿੱਚ ਦੇਖੋ, this function read lines from that file। ਜਿੰਨੀਆਂ ਲਾਈਨਸ ਤੁਸੀਂ ਇਹਦੇ ਨਾਲ ਬ੍ਰੈਕਟ ਸਪੈਸੀਫਾਈ ਕਰੋਗੇ ਇਹ ਉਨੀਆਂ ਲਾਈਨਸ ਨੂੰ ਰੀਡ ਕਰੇਗਾ। it fetch the line n if it is called nth time। ਅਗਰ ਤੁਸੀਂ ਕੋਈ ਸਪੈਸੀਫਿਕ ਜਿੰਨੀਆਂ ਲਾਈਨਸ ਮੈਂਸ਼ਨ ਕੀਤੀਆਂ ਹੋਈਆਂ ਉਨੀਆਂ ਲਾਈਨ ਨੂੰ ਫੈਚ ਕਰਕੇ ਸਾਹਮਣੇ ਤੁਹਾਡੇ ਕੋਲ ਐਜ਼ ਅ ਸਟ੍ਰਿੰਗ ਲਾਏਗਾ। लेकिन रीड लाइंस ਦੇ ਵਿੱਚ डिफरेंस ਕੀ है? it returns a list, पूरी लिस्ट बना के देगा where each element is a single line of that file। each element is a single line of that file। ਐਨੇ ਪੂਰਾ ਦਾ ਪੂਰਾ ਇੰਡੈਕਸ ਬਣਾ ਕੇ पूरी ਦੀ पूरी लिस्ट बना के ਤੁਹਾਡੇ ਸਾਹਮਣੇ ਸਟ੍ਰਿੰਗ ਲੈ ਕੇ ਆਏ। ਰੀਡ ਲਾਈਨ ਦੇ ਕੇਸ ਦੇ ਵਿੱਚ ਕੀ ਹੈ, ਲਾਈਨਸ ਆਉਗੀਆਂ ਲੇਕਿਨ ਉਹਦੀ ਲਿਸਟਿੰਗ ਨਹੀਂ ਹੋਏਗੀ, ਉਹਦੀ ਇੰਡੈਕਸਿੰਗ ਨਹੀਂ ਹੋਏਗੀ। ਰੀਡ ਲਾਈਨਸ ਦੇ ਵਿੱਚ ਉਹ ਪੂਰੀ ਲਿਸਟ ਬਣਾ ਕੇ ਉਹਦੀ ਇੰਡੈਕਸਿੰਗ ਬਣਾ ਕੇ ਤੁਹਾਡੇ ਸਾਹਮਣੇ ਆਉਟਪੁੱਟ ਜਨਰੇਟ ਕਰੇ। ਰਾਈਟ, ਦਿਸ ਫੰਕਸ਼ਨ ਰਾਈਟਸ ਅ ਫਿਕਸ ਸੀਕੁਐਂਸ। ਇਸ ਤਰ੍ਹਾਂ ਸੇ ਐਗਜ਼ਾਮਪਲ ਦੇ ਵਿੱਚ ਪਿੱਛੇ ਵੀ ਦੇਖਿਆ, ਜੋ ਤੁਸੀਂ ਰਾਈਟਸ ਲਿਖੋਗੇ ਸਟ੍ਰਿੰਗ ਲਿਖੋਗੇ ਐਸ ਸਚ ਸੇਮ ਦਾ ਸੇਮ ਸਟ੍ਰਿੰਗ ਉਹਦਾ ਰਾਈਟ ਕਰੋ। राइट लाइंस पूरी ਦੀ पूरी लिस्ट ऑफ स्ट्रिंग्स, काफी लाइंस पूरी लिस्ट ਨੂੰ अगर ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਅਸੀਂ ਰਾਈਟ ਲਾਈਨ ਦੀ ਯੂਜ਼ ਕਰਾਂਗੇ। और लास्ट which the append function है। append function का मतलब हो गया for making changes in a particular already written file। ਹੁਣ ਇਹਦੇ ਦੇਖੋ, ਇਹਦੇ ਵਿੱਚ ਹੁਣ ਐਗਜ਼ਾਮਪਲ ਦੇ ਵਿੱਚ ਥੋੜੀ ਚੀਜ਼ ਕਲੀਅਰ ਵੀ ਹੈ। ਇਹਦੇ ਵਿੱਚ ਜਿਹੜੇ ਡਿਫਰੈਂਸ ਹੈ ਨਾ, ਅਗਰ ਇੱਥੇ ਲਿਖਿਆ 3 ਇਹਨੇ ਥਰਡ ਲਾਈਨ ਪੜ੍ਹਨੀ ਹੈ ਰੀਡ ਲਾਈਨ ਦੇ ਵਿੱਚ। अगर रीड लाइन है, सिंपल रीड लाइन लिखने है, इन्हें लाइन बाय लाइन आउटपुट जनरेट करनी है। और अगर रीड लाइंस है इन्हें हर लाइन ਨੂੰ ਸੈਪਰੇਟ ਰੀਡ, ਕਿਉਂਕਿ ਇਸ ਕੇਸ ਦੇ ਵਿੱਚ ਤੁਹਾਡੀ ਲਿਸਟ ਬਣੇਗੀ, ਇਸ ਕੇਸ ਦੇ ਵਿੱਚ ਇੰਡੈਕਸਿੰਗ ਹੋਏਗੀ, ਇਸ ਤੇ ਇਟ ਵਿਲ ਰੀਡ ਐਵਰੀ ਲਾइन। और अगर स्पेसिफाई करता है इन्हें एक लाइन आउटपुट, 2 लाइन आउटपुट, 3 लाइन आउटपुट, इन्हें पूरी दी पूरी ਤੁਹਾਡੀ ਜਿਹੜੀ ਲਿਸਟ ਹੈ ਉਹਦੀ ਆਊਟਪੁੱਟ ਜਨਰੇਟ ਕਰਨੀ ਹੈ ਲੇਕਿਨ ਲਾਈਨਸ ਨੂੰ ਸੈਪਰੇਟਲੀ ਰੀਡ ਕਰ। और इस केस ਦੇ ਵਿੱਚ ਜਿਹੜੀ ਵੀ ਤੁਸੀਂ ਲਾਈਨ ਸਪੈਸੀਫਿਕਲੀ ਮੈਂਸ਼ਨ ਕਰੋਗੇ ਉਸ ਪਾਰਟਿਕੂਲਰ ਲਾਈਨ ਨੂੰ ਰੀਡ ਕਰੇ। so this is your read and write function in context of python। python ਦੇ ਕੰਟੈਕਸਟ ਦੇ ਵਿੱਚ ਜਿਹੜਾ ਸੀ read and write function ਅਸੀਂ ਯੂਜ਼ ਕਰਦੇ ਨਾ ਉਹਦੇ ਕੰਟੈਕਸਟ ਦੇ ਵਿੱਚ ਅਸੀਂ ਇਹ ਥੋੜੀ ਚੱਲ ਰਿਹਾ। और ਰਾਈਟ ਦੇ ਵਿੱਚ, ਰਾਈਟ ਦੀ ਅਸੀਂ ਐਗਜ਼ਾਮਪਲ ਕੀਤੀ ਹੋਈ ਹੈ। ਰਾਈਟ ਦੇ ਵਿੱਚ ਕੀ ਹੁੰਦਾ ਹੈ, ਰਾਈਟਿੰਗ ਟੂ ਐਨ ਐਗਜ਼ਿਸਟਿੰਗ ਫਾਈਲ। ਅਗਰ ਤੁਸੀਂ ਕੋਈ ਆਲਰੇਡੀ ਫਾਈਲ ਕ੍ਰੀਏਟ ਕੀਤੀ ਹੋਈ ਹੈ ਉਹਦੇ ਵਿੱਚ ਲਿਖਦੇ ਹੋ, ਜਿਸ ਤਰ੍ਹਾਂ ਅਸੀਂ ਪਿਛਲਾ ਪ੍ਰੋਗਰਾਮ ਲਿਖਿਆ ਸੀ ਤੁਹਾਡੇ ਸਾਹਮਣੇ, ਦਿਸ ਵਾਸ ਦਾ ਪ੍ਰੋਗਰਾਮ ਜਿਹੜਾ ਅਸੀਂ ਬਣਾਇਆ ਸੀ। ਇਹ ਇੱਕ ਐਗਜ਼ਿਸਟਿੰਗ ਫਾਈਲ ਹੈ। ਇਸ ਕੇਸ ਦੇ ਵਿੱਚ ਪਹਿਲਾਂ ਫਾਈਲ ਕ੍ਰੀਏਟ ਹੋਈ ਹੈ ਔਰ ਉਹਦੇ 'ਚ ਇਹ ਲਾਈਨ ਲਿਖੀ ਗਈ ਹੈ। और अगर मैं एग्जिस्टिंग फाइल आ लिखना चाहना है उसमें उसी अमेंडमेंट्स कहने हैं, ਉਹਦਾ मतलब ਉਹ append mode ਦੇ ਵਿੱਚ फाइल ओपन होए। this is what the writing is। append mode is a part of
writing. To write to an existing file, you must add a parameter to open function, और वो parameter होएगा append. It will append the end of. और अगर ਤੁਸੀਂ ਫਿਰ ਰਾਈਟ ਕਰਨਾ ਚਾਹੁੰਦੇ ਹੋ, ਫਿਰ ਰਾਈਟ ਕਰੋਗੇ ਤਾਂ ਤੁਸੀਂ ਐਗਜ਼ਿਸਟਿੰਗ ਫਾਈਲ ਨੂੰ ਤੁਸੀਂ ਓਵਰਰਾਈਟ ਵੀ ਕਰ ਸਕਦੇ ਹੋ। ਕੋਈ ਮੰਨ ਲਓ ਇੱਕ ਫਾਈਲ ਹੈ abc.txt ਹੈ, ਅਗਰ ਤੁਸੀਂ ਦੁਬਾਰਾ ਉਸਨੂੰ ਰਾਈਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਦੈਟ ਮੀਨਸ ਪਿਛਲੀ ਫਾਈਲ ਦੇ ਕੰਟੈਂਟਸ ਤੁਹਾਡੇ ਕਲੀਅਰ ਹੋ ਜਾਂਦੇ ਆ। ਨਵੀਂ ਫਾਈਲ ਉਹ ਤੁਹਾਡੇ ਕੋਲ ਕੁਐਸਚਨ ਪੁੱਛੇਗਾ whether you want to overwrite the file, ਤਾਂ ਤੁਸੀਂ ਉਸ ਫਾਈਲ ਨੂੰ ਓਵਰਰਾਈਟ ਕਰ ਸਕਦੇ ਹੋ, ਪਿਛਲੀ ਫਾਈਲ ਤੁਹਾਡੀ clear ਹੋ ਜਾਏਗੀ। Now coming to next point, ਤੁਸੀਂ files create ਵੀ ਕਰ ਲਈਆਂ, ਫਾਈਲ ਨੂੰ ਰੀਡ ਵੀ ਕਰ ਲਿਆ, ਫਾਈਲ ਨੂੰ ਰਾਈਟ ਵੀ ਕਰ ਲਿਆ, ਫਾਈਲ ਨੂੰ append ਵੀ ਕਰ ਲਿਆ, ਫਾਈਲ ਨੂੰ ਕਲੋਜ਼ ਵੀ ਕਰ ਲਿਆ। ਅਗਰ ਸਾਨੂੰ ਕਿਸੇ ਪੁਆਇੰਟ ਆਫ ਟਾਈਮ ਫਾਈਲ ਨਹੀਂ ਦਿਖ ਪਾਏ, we don't need it, ਅਸੀਂ ਕੀ ਕਰਨਾ, ਉਸ ਫਾਈਲ ਨੂੰ डिलीट करना, रिमूव करना फ्रॉम द कंप्यूटर। एक सा तरीका है ਅਸੀਂ ਜਾ ਕੇ ਫਾਈਲ ਲੋਕੇਟ ਕਰੀਏ, ਰਾਈਟ ਕਲਿੱਕ ਕਰੀਏ, ਡਿਲੀਟ ਕਰੀਏ, दैट इज वन मेथड। लेकिन ਸਾਡੇ ਕੋਲ ਪਾਈਥਨ ਦੇ ਵਿੱਚ ਇੱਕ ਕਮਾਂਡ ਵੀ ਅਵੇਲੇਬਲ ਹੈ, ਕੋਡਿੰਗ ਸਟੇਟਮੈਂਟ ਵੀ ਅਵੇਲੇਬਲ ਹੈ, ਜਿਹਦੇ ਥਰੂ ਅਸੀਂ ਪਾਰਟਿਕੂਲਰ ਫਾਈਲ ਨੂੰ, ਜ਼ਰੂਰੀ ਨਹੀਂ ਉਹ ਟੈਕਸਟ ਫਾਈਲ ਹੈ, ਜੋ ਵੀ ਫਾਈਲ ਹੈ, ਫਾਈਲ ਦੇ ਵਿੱਚ ਜਿਸ ਟਾਈਪ ਦੀ ਫਾਈਲ ਕ੍ਰੀਏਟ ਕੀਤੀ ਗਈ ਹੈ, ਅਸੀਂ ਉਸ ਫਾਈਲ ਨੂੰ ਡਿਲੀਟ ਵੀ ਕਰ ਸਕਦੇ। To delete a file, you must import the OS module। ये चीज नोट कर लियो, डायरेक्ट रिमूव कमांड नहीं चलेगी, इंपोर्ट OS फंक्शन करना है, इंपोर्ट स्टेटमेंट यूज करनी है। टू डिलीट ए फाइल यू मस्ट इंपोर्ट द OS मॉड्यूल। इस मॉड्यूल ਨੂੰ इंपोर्ट करना, और ਇਹ मॉड्यूल कितना इंपोर्ट होएगा, इंपोर्ट OS ਦੇ ਨਾਲ ਇਹ मॉड्यूल इंपोर्ट होगा and run its os.remove command। os.remove within bracket जो भी फाइल का नाम है, जो ये दोनों कमांड्स रन हो गया, अगर डेमो फाइल .txt है, ये फाइल ਤੁਹਾਡੇ ਕੰਪਿਊਟਰ ਚੋਂ डिलीट हो जाएगी, ये फाइल ਤੁਹਾਡੀ रिमूव। इंपोर्ट OS डिलीटिंग ए फाइल ਦੇ ਕੰਟੈਕਸਟ ਵੀ ਯੂਜ਼ ਹੋਣਾ ਹੈ, और इंपोर्ट OS पाइप्स ਦੇ ਕੰਟੈਕਸਟ ਦੇ ਵਿੱਚ ਵੀ ਯੂਜ਼ ਹੋਣਾ ਹੈ। ਤਾਂ ਇਹ ਤੁਹਾਨੂੰ ਅੱਗੇ ਪਾਈਪਸ ਦਾ ਕੰਸੈਪਟ ਕਰਾਣਾ ਹੈ। ਦੋਨਾਂ ਦੇ ਵਿੱਚ ਚਾਹੇ ਤੁਸੀਂ ਫਾਈਲ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਫਾਈਲ ਨੂੰ ਪਾਈਪਸ ਦੇ ਕੰਸੈਪਟ ਦੇ ਵਿੱਚ ਕਰਨਾ ਚਾਹੁੰਦੇ ਹੋ, ਤੁਹਾਨੂੰ ਇੰਪੋਰਟ OS ਸਟੇਟਮੈਂਟ ਦੀ ਜ਼ਰੂਰਤ ਹੋਵੇਗੀ। ਇਹੀ ਚੀਜ਼ ਉਹ ਸਾਹਮਣੇ ਤੁਹਾਡੀ ਸਕਰੀਨ ਤੇ ਮੈਂਸ਼ਨ ਹੈ, os.remove function। to delete a file you must import the OS module and run its os.remove। import os.remove ਇਹਦੇ ਨਾਲ ਤੁਹਾਡੀ ਜਿਹੜੀ ਵੀ ਫਾਈਲ ਦਾ ਨਾਮ ਹੈ ਤੁਹਾਡੀ ਫਾਈਲ ਰਿਮੂਵ। ਐਂਡ ਅਗਰ ਇਸ ਦੇ ਨਾਲ ਸਿਰਫ ਫਾਈਲਸ ਨਹੀਂ ਡਿਲੀਟ ਹੋ ਰਹੀਆਂ, you want to delete folders also। there's a difference between a file and folder। file एक single file ਹੁੰਦੀ ਹੈ, folder ਦੇ ਵਿੱਚ number of files ਹੋ ਸਕਦੀ ਹੈ, ਔਰ ਅਗਰ ਤੁਸੀਂ ਕਿਸੇ folder ਨੂੰ delete ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਵੀ delete ਕਰ ਸਕਦੇ ਹੋ, ਲੇਕਿਨ ਉਹਦੇ ਲਈ remove command नहीं चलेगी, rmdir remove directory, rmdir remove directory command चलेगी। import os.rmdir within brackets उस फोल्डर का नाम लिख दो, ਤੁਹਾਡਾ ਪੂਰਾ ਦਾ ਪੂਰਾ ਫੋਲਡਰ ਡਿਲੀਟ ਹੋ। लेकिन एक फाइल ਨੂੰ डिलीट ਕਰਨ ਲਈ ਤੁਹਾਡੀ ਕਮਾਂਡ ਹੈ os.remove। और अगर ਤੁਸੀਂ ਇੱਕ ਪੂਰੇ ਫੋਲਡਰ ਨੂੰ ਜਿਹਦੇ ਵਿੱਚ ਕਈ ਫਾਈਲਸ ਅਵੇਲੇਬਲ ਹੋਣੀਆਂ, ਅਗਰ ਤੁਸੀਂ ਪੂਰੇ ਫੋਲਡਰ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਕਮਾਂਡ ਹੈ os.rmdir remove डायरेक्टरी, क्योंकि फोल्डर ਨੂੰ ਅਸੀਂ डायरेक्टरी ਵੀ ਕਹਿ ਦਿੰਦੇ ਹਾਂ, ਸੋ ਫੋਲਡਰ ਨੂੰ ਰਿਮੂਵ ਕਰਨ ਲਈ rmdir। ਨਾਓ ਹੁਣ ਕਈ ਵਾਰੀ ਅਸੀਂ ਇਹ ਵੀ ਪੋਸੀਬਲ ਹੈ, ਜਿਸ ਤਰ੍ਹਾਂ ਉੱਪਰ ਹੈ ਅਸੀਂ ਸਿੰਟੈਕਸ ਦਿੱਤਾ ਹੈ import os.remove demo
फाइल डॉट टेक्स्ट, तो फाइल ही नहीं होती। मान लो तो ऐसा केस है तो फाइल एग्जिस्ट ही नहीं कर। import os if os dot path dot exist demo dot file, अगर वो फाइल एग्जिस्ट कर रही है तो ਉਹਨੂੰ remove कर, else print file doesn't exist। ਇਹ ਵੀ ਪੋਸਿਬਿਲਿਟੀ ਹੋ ਜਾਂਦੀ ਹੈ, ਤੁਸੀਂ ਕਹਿ ਦੋ ਯਾਰ ਫਾਈਲ ਰਿਮੂਵ ਕਰਨੀ ਹੋ, ਫਾਈਲ ਆਲਰੇਡੀ ਹੈ ਨਹੀਂ, ਉਹ ਫਾਈਲ ਆਲਰੇਡੀ ਰਿਮੂਵਡ ਹੈ ਤੁਹਾਡੇ ਕੰਪਿਊਟਰ, ਲੇਕਿਨ ਤੁਸੀਂ ਕਮਾਂਡ ਯੂਜ਼ ਕਰੀ ਜਾਂਦੇ ਹੋ, ਤੁਸੀਂ ਕਹਿੰਦੇ ਵੀ ਐਰਰ ਜਨਰੇਟ ਕਰ, ਉਹ ਐਰਰ ਜਨਰੇਟ ਇਸ ਲਈ ਹੀ ਕਰ ਰਹੇ ਆ ਕਿਉਂਕਿ ਉਹ ਫਾਈਲ ਐਗਜ਼ਿਸਟ ਹੀ ਨਹੀਂ ਕਰ, ਕਿਉਂਕਿ ਪਾਰਟਿਕੂਲਰ ਫਾਈਲ ਐਗਜ਼ਿਸਟ ਹੀ ਨਹੀਂ ਕਰ ਰਹੀ। ਇਸ ਕੇਸ ਦੇ ਵਿੱਚ ਅਸੀਂ ਕੋਡ ਇਸ ਕਾਈਂਡ ਦੀ ਮੋਡੀਫਿਕੇਸ਼ਨਸ ਕਰਨੀ ਹੈ। if os.path.exist this file then remove it, else print file doesn't exist। Coming down to another most important concept of this particular chapter, that is the concept of pipes। और पाइप का कॉन्सेप्ट जिथे तक मैनू आइडिया है, तुसी अगर ऑपरेटिंग सिस्टम सब्जेक्ट पढ़िया है, ऑपरेटिंग सिस्टम सब्जेक्ट दे विच ए आंदा है, यस प्रोसेसेस जिथे प्रोसेसेस का कॉन्सेप्ट आंदा है। और अगर तुसी लाइनक्स ऑपरेटिंग सिस्टम पढ़िया है किसी भी सब्जेक्ट दे विच, तो लाइनक्स दे विच पाइप का कॉन्सेप्ट बहुत पॉपुलर। पाइप का कॉन्सेप्ट है कि इट इज ऑल रिलेटेड विद द प्रोसेसेस। ऑपरेटिंग सिस्टम च ਅਸੀਂ प्रोसेसेस ਦੀ ਗੱਲ ਕਰਦੇ ਹਾਂ, कोई भी प्रोसेस ऑपरेटिंग सिस्टम चाहे तुम विंडोज की गल करो या तुम लाइनक्स की गल करो, these all operating systems are multi process, that means parallelly कई processes at a time run कर, और यही concept पाइथन to भी इंट्रोड्यूस किया है, that अगर multiple processes multiple threads simultaneously run करते हैं, then that will add to the efficiency of that particular Python program। उस पाइथन प्रोग्राम की एफिशिएंसी इंक्रीज हो जाती है। और पाइप के कॉन्सेप्ट नाल एफिशिएंसी कितना इंक्रीज होती है, अगर ए नंबर ऑफ प्रोसेसेस आर रनिंग साइमल्टेनियसली, एक प्रोसेस दी आउटपुट एक्ट्स एज एन इनपुट टू द अनदर प्रोसेस। बड़ा इंपॉर्टेंट पॉइंट है जो मैं बोल रहा हूं। लेट्स सपोज वन प्रोसेस इज P1, अनदर प्रोसेस इज P2। P1 रन हो चुका है, उसकी आउटपुट जनरेट हो चुकी है, P2 प्रोसेस अजे स्टार्ट होया है, उसकी अजे आउटपुट जनरेट नहीं। अगर ਅਸੀਂ P1 प्रोसेस जिसकी आउटपुट जनरेट हो चुकी है, अगर उसकी आउटपुट को एज इनपुट P2 ਨੂੰ ਦੇ ਦਈਏ, तो P2 को अपना जो प्रोसेस है ਉਹਨੂੰ रन कर रहा है, उसको P1 ਦੀ आउटपुट भी है। सो पाइप्स पाइपलाइन ਦਾ ਕਨਸੈਪਟ अगर ਤੁਸੀਂ ਕਿਸੇ ਵੀ ਆਪਰੇਟਿੰਗ ਸਿਸਟਮ ਤੇ ਪੜੋਗੇ, ਉਹ ਕਨਸੈਪਟ ਇਸ ਲਈ ਯੂਜ਼ ਕੀਤਾ ਜਾਂਦਾ ਹੈ that multiple processes parallelly run ਕਰੋਗੇ, और हर प्रोसेस एक दूजे ਨੂੰ ਜਿਹੜੀ ਆਊਟਪੁੱਟ ਜਨਰੇਟ ਕਰ ਰਿਹਾ ਉਹ ਦੂਸਰੇ ਨੂੰ ਐਸ ਇਨਪੁਟ ਦੇ ਸਕਦਾ ਹੈ। that is the basic concept of the pipe। Likewise this one introduces modularity in the program to serve one instance output as the input to another instance। instance ਦੀ ਗੱਲ ਕਰੋ, process and so on till solution is achieved। इस डायग्राम ਨੂੰ देखो, P1 प्रोसेस है, P2 प्रोसेस है, P3 प्रोसेस है, ये सारे अपनी आउटपुट मैं ਹੁਣ ਜਿਸ ਤਰ੍ਹਾਂ ਥੋੜੀ ਦੇਰ ਪਹਿਲਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਇੱਕ प्रोसेस P1 ਦੀ ਆउटपुट P2 ਨੂੰ ਇਨਪੁਟ ਜਾ ਰਹੀ ਹੈ। ਜ਼ਰੂਰੀ ਥੋੜੀ ਇੱਕੋ ਹੀ प्रोसेस ਦਾ ਟਾਈਮ ਰਨ ਹੋ ਸਕਦਾ तीन प्रोसेसेस ਜਿੱਦਾਂ ਸਾਹਮਣੇ ਡਾਇਗਰਾਮ ਚ ਆ ਰਿਹਾ, तीन प्रोसेसेस ਐਟ ਅ ਟਾਈਮ ਰਨ ਹੋ ਰਹੇ ਹੋਣ ਔਰ ਤਿੰਨਾਂ ਦੀ ਆउटपुट ਜਨਰੇਟ ਹੋਈ ਹੋਵੇ, और ਤਿੰਨਾਂ ਦੀ ਆउटपुट ਐਜ਼ ਇਨਪੁਟ ਟੂ P4 प्रोसेस ਦਿੱਤੀ ਜਾ ਸਕਦੀ। एंड अगेन ਇਹ ਵੀ ਕੰਪਲਸਰੀ ਨਹੀਂ ਹੈ ਤਿੰਨ ਹੀ ਹੋਣ, 10 ਵੀ ਹੋ ਸਕਦੇ ਹੈ, 20 ਵੀ ਹੋ ਸਕਦੇ ਹੈ, 5 ਵੀ ਹੋ ਸਕਦੇ ਹੈ, 2 ਵੀ ਹੋ ਸਕਦੇ ਹੈ। ਅਸੀਂ ਡਾਇਗਰਾਮ ਦੇ ਵਿੱਚ ਇੱਕ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਹਾਂ that ਇੱਕ ਦੋ ਤਿੰਨ प्रोसेसेस एट अ टाइम रन कर रहे हैं, और ये तीनों दे तीनों प्रोसेसेस पर्टिकुलर आउटपुट जनरेट
और पर्टिकुलर आउटपुट जनरेट तीनों प्रोसेसेस कर रहे हैं और यदि आउटपुट गिविंग दिस आउटपुट एज इनपुट टू प्रोसेस ਇਹ ਮੋਡੂਲੈਰਿਟੀ ਦਾ ਕਨਸੈਪਟ ਵੀ ਆਉਂਦਾ ਹੈ ਇਹਨੂੰ ਅਸੀਂ ਮੋਡੂਲੈਰਿਟੀ ਦੇ ਕਨਸੈਪਟ ਦੇ ਕੰਟੈਕਸਟ ਵਿੱਚ ਕੰਪੇਅਰ ਕਰਦੇ ਹਾਂ ਕਿਉਂ ਕੰਪੇਅਰ ਕਰਦੇ ਹਾਂ P1 एक इंडिपेंडेंट मॉड्यूल है P2 इंडिपेंडेंट मॉड्यूल है P3 इंडिपेंडेंट मॉड्यूल है सारे मॉड्यूल इंडिपेंडेंटली रन कर रहे हैं विदाउट एनी इंटरफेरेंस ऑफ अदर और हर प्रोसेसर ਦੇ ਵਿੱਚ हर माइक्रो प्रोसेसर ਦੇ ਵਿੱਚ एक कॉन्सेप्ट ਹੁੰਦਾ है चाहे ਤੁਸੀਂ माइक्रो प्रोसेसर i7 ਲੈ ਲਓ i5 ਲੈ ਲਓ 8085 ਦੇ ਵਿੱਚ ਇਹ ਕਨਸੈਪਟ ਜ਼ਿਆਦਾ ਪਪੂਲਰ ਨਹੀਂ ਸੀਗੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿੰਨੇ ਪ੍ਰੋਸੈਸਰਸ ਆਉਂਦੇ ਮਾਈਕਰੋ ਪ੍ਰੋਸੈਸਰਸ ਆਉਂਦੇ ਹੈ ਹਰ ਮਾਈਕਰੋ ਪ੍ਰੋਸੈਸਰ ਚ ਪਾਈਪਲਾਈਨਿੰਗ ਦਾ ਕਨਸੈਪਟ ਪਪੂਲਰ ਹੈ ਰੀਜ਼ਨ ਬਿਕੋਜ਼ ਈਚ ਐਂਡ every process is multiprocessor ਉਹ ਕਈ ਪ੍ਰੋਸੈਸਰਸ ਨੂੰ ਕਈ ਥ੍ਰੈਡਸ ਨੂੰ ਥ੍ਰੈਡਸ ਆਈ ਸਪੋਜ਼ ਤੁਸੀਂ ਇਹ ਟਰਮ ਨੂੰ ਅੰਡਰਸਟੈਂਡ ਕਰਦੇ ਹੋਗੇ ਕਈ ਪ੍ਰੋਸੈਸਰਸ ਨੂੰ ਕਈ ਥ੍ਰੈਡਸ ਨੂੰ ਐਟ ਅ ਟਾਈਮ ਰਨ ਕਰਦੇ ਆ ਔਰ ਉਹ ਆਊਟਪੁੱਟ ਜਨਰੇਟ ਹੁੰਦੀ ਜਾਂਦੀ ਹੈ ਔਰ ਉਹ ਜਿਹੜੀ ਹਰ ਪਾਰਟਿਕੂਲਰ ਪ੍ਰੋਸੈਸ ਦੀ ਆਊਟਪੁੱਟ ਹੈ ਇਟ ਕੈਨ ਐਕਟ ਐਜ਼ ਦਾ ਇਨਪੁੱਟ ਟੂ ਦਾ ਅਨਦਰ ਪ੍ਰੋਸੈਸਰ और ऐसे करके स्पीड एनहांसमेंट बहुत और हर प्रोसेसर अपने हिसाब ਨਾਲ इंडिपेंडेंटली रन करता है किसी प्रोसेसर तक किसी ना कोई आपस ਦੇ ਵਿੱਚ डिपेंडेंसी नहीं ਹੁੰਦੀ और हर प्रोसेसर इंडिपेंडेंटली आउटपुट जनरेट करता है that is why they follow the concept of modularity ਹੁਣ ਪਾਈਪ ਕੀ ਹੈ ਔਰ ਪਾਈਥਨ ਦੇ ਵਿੱਚ ਤੁਹਾਡਾ ਕਨਸੈਪਟ ਕਿਉਂ ਫਾਲੋ ਅਪ ਕੀਤਾ ਜਾਂਦਾ ਹੈ ਪਾਈਥਨ ਦੇ ਵਿੱਚ ਇਹ ਕਨਸੈਪਟ ਅਸੀਂ ਇਸ ਲਈ ਫਾਲੋ ਕਰਦੇ ਹਾਂ ਵੀ ਇਹਦੇ ਵਿੱਚ ਵੀ ਮਲਟੀਪਲ ਪ੍ਰੋਸੈਸਸ ਰਨ ਕਰੋਗੇ ਔਰ ਹਰ ਪ੍ਰੋਸੈਸ ਦੂਜੇ ਪ੍ਰੋਸੈਸ ਦੀ ਇਨਪੁਟ ਜਾਂ ਆਊਟਪੁਟ ਐਕਟ ਕਰ ਸਕਦਾ ਦਿਸ ਵਿਲ ਐਨਹਾਂਸ ਦ ਸਪੀਡ ਆਫ ਦ ਪ੍ਰੋਗਰਾਮ और पाइथन concept काफी पहले था इंट्रोड्यूस होता है a pipe is a method to pass information from one process to another जैसे कल कह रहे थे it is a method to pass information from one process to another एक प्रोसेस की आउटपुट दूसरे प्रोसेस की इनपुट एक्ट कर सकती it offers only one way communication and pass information is held by system until it is read by the receiving process. This is an important thing. P1, P2, P3 यदि आउटपुट है वन वे है वापस नहीं आ रही they are not coming back. अच्छा देखो डायग्राम एरो इस साइड ही है P1 to information पास हो रही इधर P2 to information पास हो रही इस साइड P3 to information pass हो रही this one. और इथों तिन्ना दी information that is being transferred to P4 one way process है एक साइड process है दूसरी साइड ਤੁਹਾਡੀ information नहीं आ रही है चीज नोट करना if information is going this way information going this way information going this way information going this way एक साइड one way process it's not a two way process and same चीज जैसे मेंशन की गई है that it offers one way communication and past information is held by the system उਦੋਂ तक until it is read by the receiving process जब तक इस process है इस information को read नहीं कर लेता तब तक information hold की और pipe कितना create करने simple command है os.pipe os.pipe ਦੇ ਨਾਲ pipe method create ਹੋ ਜਾਂਦਾ ਹੈ ਤੇ pipe create ਹੋ ਜਾਂਦੀ ਹੈ ਲੇਕਿਨ ਇਸ ਨੂੰ ਯੂਜ਼ ਕਰਨ ਲਈ ਇਸ ਤਰ੍ਹਾਂ ਅਸੀਂ delete ਦੇ ਕੇਸ ਵਿੱਚ ਯੂਜ਼ ਕੀਤਾ ਸੀ import os ਇਸ ਕੇਸ ਦੇ ਵਿੱਚ ਵੀ import os statement necessary import os statement is necessary for using this os.pipe और ਜਦੋਂ pipe method ਚੱਲਦਾ है और जो pipe method चलता है it returns a pair of file descriptors r w दो फाइल डिस्क्रिप्टर्स जनरेट करता है एक r है एक w है
ए रीडिंग ली है ए राइटिंग जो भी पाइप मेथड पाइप क्रिएट होती है वो दो पेयर ऑफ फाइल डिस्क्रिप्टर्स आर और डब्ल्यू जनरेट कर रहा है एक रीडिंग लिए यूज किया जाता है और एक राइटिंग लिए यूज किया जाता है नाउ सर को पाइप्स भी दो टाइप की हैं एक एनोनिमस पाइप्स है एक नेम्ड ਅਸੀਂ anonymous ਪਾਈਪਸ ਬਾਰੇ ਕੋਈ ਸਟੱਡੀ ਨਹੀਂ ਕਰਨਾ ਕਿਉਂ ਇਹ ਉਦੋਂ ਹੀ ਐਗਜ਼ਿਸਟ ਕਰਦੀਆਂ ਵਿਦ ਇਨ ਪ੍ਰੋਸੈਸ ਕਿਸੇ ਪ੍ਰੋਸੈਸ ਦੇ ਅੰਦਰ ਇਸ ਪ੍ਰੋਸੈਸ ਦੇ ਅੰਦਰ ਹੀ ਐਗਜ਼ਿਸਟ ਕਰਦੀਆਂ ਐਂਡ ਆਰ ਯੂਜ਼ਡ ਇਨ ਕੰਬੀਨੇਸ਼ਨ ਵਿਦ ਫੌਕਸ ਇਸ ਪ੍ਰੋਸੈਸ ਦੇ ਅੰਦਰ ਹੀ ਹੀਟ ਹੁੰਦਾ ਲੇਕਿਨ ਜਿਹੜੀਆਂ ਨੇਮ ਪਾਈਪਸ ਹੈ ਨਾ ਉਹ ਅਸੀਂ ਕ੍ਰੀਏਟ ਵੀ ਕਰਦੇ ਹਾਂ anonymous ਪਾਈਪਸ ਦਾ ਪ੍ਰੋਸੈਸ ਦੇ ਅੰਦਰ ਹੀ ਹੈ ਨੇਮਸ ਪਾਈਪ ਜਿਹੜੀਆਂ ਅਸੀਂ ਕ੍ਰੀਏਟ ਵੀ ਕਰਦੇ ਹਾਂ ਉਹਨਾਂ ਨੂੰ ਯੂਜ਼ ਵੀ ਕਰਦੇ ਹਾਂ और वो पाइप एज एन इनपुट टू अनदर प्रोसेस भी जनरेट की जाती है ਇਹਨਾਂ ਨੂੰ ਅਸੀਂ FIFO ਵੀ ਕਹਿੰਦੇ ਫਸਟ ਇਨ ਫਸਟ ਆਊਟ ਅਗਰ ਤੁਸੀਂ ਡਾਟਾ ਸਟਰਕਚਰ ਪੜਿਆ ਆਇਆ ਤਾਂ ਡਾਟਾ ਸਟਰਕਚਰ ਦੇ ਵਿੱਚ ਵੀ FIFO ਦਾ ਕਨਸੈਪਟ ਆਉਂਦਾ ਸੀਗਾ FIFO ਦਾ ਕਨਸੈਪਟ ਇਦਾਂ ਹੁੰਦਾ ਸੀ ਦੈਟ ਇਜ਼ ਅ ਕਿਊ ਕਿਊ ਦੇ ਵਿੱਚ ਜਿਹੜਾ ਪਹਿਲਾ ਐਂਟਰ ਕਰਦਾ ਹੈ ਉਹ ਪਹਿਲਾ ਬਾਹਰ ਜਾਂਦਾ ਹੈ ਲਾਈਨ ਬਾਈ ਲਾਈਨ likewise this is your first process this is second this is third fourth fifth सब तो पहला अगर जो क्यू खाली थी तो प्रोसेस नंबर 1 आया फिर प्रोसेस नंबर 2 आया फिर थर्ड आया फिर फोर्थ आया और फिर फिफ्थ आया तो फर्स्ट इन फर्स्ट आउट सब तो पहला पहला प्रोसेस आएगा इन्हें पहला बाहर जाना उस तो बाद दूसरे नंबर पे जो प्रोसेस आएगा वो बाहर जाएगा तीसरे नंबर पे प्रोसेस है वो बाहर जाएगा फोर्थ से जाएगा वो बाहर जाएगा फिफ्थ है वो बाहर जाएगा सो क्यू जो एक डाटा स्ट्रक्चर है इट फॉलोज द कांसेप्ट ऑफ FIFO और नेम्ड पाइप भी FIFO का कांसेप्ट फॉलो करते हैं इसको पूरा दिमाग बिठा लियो जेडी नेम्ड पाइप्स है दे फॉलो द कांसेप्ट ऑफ FIFO नेम्ड पाइप FIFO का कांसेप्ट फॉलो करते हैं फर्स्ट इन फर्स्ट आउट creating pipe which are implemented as files. A process reads from and writes to such a file as if it were a regular file. ਜਿਹੜੀ named pipe ਹੈ ਉਹਨੇ ਇਸਨੂੰ ਇੱਕ regular file treat ਕਰਨਾ sometimes more than one process can write to such a file ਜਿਹੜਾ ਅਸੀਂ ਇਹ example ਦਿਖਾਈ ਸੀ ਜ਼ਰੂਰੀ ਨਹੀਂ ਹੈ ਇੱਕ ਪਾਈਪ ਨੂੰ ਇੱਕੋ ਹੀ process ਲਿਖੇਗਾ more than one process can write at a time but only one process reads from it ਜਿਹੜਾ ਰੀਡਿੰਗ ਕਰੇਗਾ ਉਹ ਇੱਕੋ ਹੀ ਕਰੇ ਮਲਟੀਪਲ ਪ੍ਰੋਸੈਸਸ ਦੀ ਆਉਟਪੁੱਟ ਇੱਕ ਪ੍ਰੋਸੈਸ ਨੂੰ ਦਿੱਤੀ ਜਾ ਸਕਦੀ ਹੈ ਲੇਕਿਨ ਇਸ ਨੂੰ ਰੀਡ ਕਰਨ ਲਈ ਸਾਰਿਆਂ ਦੇ ਆਉਟਪੁੱਟ ਨੂੰ ਰੀਡ ਕਰਨ ਲਈ ਇੱਕ ਸਿੰਗਲ ਪ੍ਰੋਸੈਸ ਹੀ ਜਨਰੇਟ ਹੋਈ ਸੋ ਦਿਸ ਵਾਸ ਅਬਾਊਟ ਪਾਈਪਸ ਵੀ ਪਾਈਪਸ ਕੀ ਹੈ ਪਾਈਪ ਕਿਉਂ ਯੂਜ਼ ਕੀਤੀ ਜਾਂਦੀ ਹੈ ਔਰ ਪਾਈਪ ਦਾ ਕਨਸੈਪਟ ਕੀ ਹੈ ਜਿਹੜਾ ਕਿ ਪਾਈਥਨ ਦੇ ਵਿੱਚ ਫਾਲੋ ਕਰਦੇ so with this मैं most of the syllabus of this files ਦੇ ਚੈਪਟਰ ਦਾ ਮੈਂ ਇਹਨੂੰ ਕਵਰ ਕਰ ਚੁੱਕਿਆ ਜਿਹਦੇ ਵਿੱਚ ਫਾਈਲਸ ਹੈ ਫਾਈਲਸ ਕ੍ਰੀਏਟ ਕਿੱਦਾਂ ਹੁੰਦੀਆਂ ਫਾਈਲਸ ਰੀਡ ਕਿੱਦਾਂ ਹੁੰਦੀਆਂ ਫਾਈਲ ਰਾਈਟ ਕਿੱਦਾਂ ਹੁੰਦੀਆਂ ਔਰ ਫਾਈਲ ਦੇ ਕਨਸੈਪਟ ਵਿੱਚ ਇਨਪੁਟ ਆਊਟਪੁੱਟ ਕਿੱਦਾਂ ਹੈ ਔਰ ਪਾਈਪਸ ਦਾ ਕਨਸੈਪਟ ਕਿੱਦਾਂ ਹੈ ਨੇਮ ਪਾਈਪਸ ਕੀ ਹੈ anonymous ਪਾਈਪਸ ਤਾਂ ਸਾਡੇ ਐਸ ਸੱਚ ਕਿਉਂਕਿ ਪ੍ਰੋਸੈਸ ਦਾ ਪਾਰਟ ਹੁੰਦਾ ਹੈ ਇਸ ਲਈ ਅਸੀਂ ਉਹਨਾਂ ਨੂੰ ਕਵਰ ਅਪ ਹੀ ਨਹੀਂ ਕਰਦੇ नेम पाइप्स वही है ਜਿਹੜੀਆਂ ਪਾਈਪ ਅਸੀਂ ਕ੍ਰੀਏਟ ਕਰਦੇ ਸੋ ਵਿਦ ਦਿਸ ਮੈਂ ਅੱਜ ਦਾ ਆਪਣਾ ਲੈਕਚਰ ਇੱਥੇ ਕੰਪਲੀਟ ਕਰਦਾ ਹਾਂ ਥੈਂਕ ਯੂ ਵੈਰੀ ਮਚ